ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਕ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਆਪ ਸੰਗਤਾਂ ਨੂੰ ਪਵਿੱਤਰ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਬਾਬਾ ਫਰੀਦ ਜੀ ਦੀ ਇਹ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 1378 ਅੰਗ ਉੱਪਰ ਦਰਜ ਹੈ। ਇੱਥੇ ਬਾਬਾ ਫਰੀਦ ਜੀ ਮਹਾਰਾਜ ਉਹਨਾਂ ਜਗਿਆਸੂਆਂ ਬਾਬਤ ਚਾਨਣਾ ਪਾਉਂਦੇ ਨੇ ਜਿਹੜੇ ਪਰਮਾਤਮਾ ਦੀ ਖੋਜ ਵਿੱਚ ਲੋਕਾਈ ਦੇ ਵਿੱਚ ਤੁਰੇ ਫਿਰਦੇ ਨੇ, ਇੱਧਰ ਉੱਧਰ ਦੌੜੇ ਫਿਰਦੇ ਨੇ। ਲਫ਼ਜ਼ ਵਰਤਿਆ ਹੈ ਜੰਗਲ, ਬਣ ਨੂੰ ਕਹਿ ਦਿੰਦੇ ਨੇ ਰੋਹੀ ਨੂੰ। ਵੈਸੇ ਜੰਗਲ ਲਫ਼ਜ਼ ਰੇਗਿਸਤਾਨ ਲਈ ਵੀ ਆ ਜਾਂਦਾ ਹੈ, ਉਜਾੜਾਂ ਲਈ ਵੀ ਆ ਜਾਂਦਾ ਹੈ। ਗੁਰ ਇਤਿਹਾਸ ਵਿੱਚ ਮਾਲਵੇ ਦੇ ਇਲਾਕੇ ਨੂੰ ਜੰਗਲ ਦਾ ਇਲਾਕਾ ਕਿਹਾ ਜਾਂਦਾ ਸੀ। ਅੱਗੇ ਕਹਿੰਦੇ ਨੇ ਭਵ ਹੈ, ਭਵੈ ਦਾ ਭਾਵ ਹੁੰਦਾ ਹੈ ਭ੍ਰਮਣ ਕਰਨਾ, ਤੁਰੇ ਫਿਰਨਾ। ਕਹਿੰਦੇ ਤੂੰ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ ਤੇ ਜਿਹੜੇ ਕੰਡੇ ਨੇ ਤੇਰੇ ਚੱਲ ਚੱਲ ਕੇ ਕਦਮ ਇੰਨੇ ਕਠੋਰ ਹੋ ਗਏ ਨੇ, ਉਹ ਤੇਰੇ ਪੈਰਾਂ ਥੱਲੇ ਆ ਕੇ ਟੁੱਟ ਰਹੇ ਨੇ, ਮੁੜ ਰਹੇ ਨੇ। ਪਰਮਾਤਮਾ ਦੀ ਖੋਜ ਵਿੱਚ ਜੰਗਲ ਨੂੰ ਗਾਹਣ ਦਾ ਕੀ ਲਾਭ ਹੈ, ਰੇਗਿਸਤਾਨ ਵਿੱਚ ਤੁਰੇ ਫਿਰਨ ਦਾ ਕੀ ਲਾਭ ਹੈ, ਜੰਗਲ ਦੇ ਫਲਾਂ ਫੁੱਲਾਂ ਨੂੰ, ਕੰਡਿਆਂ ਨੂੰ ਲਤਾੜਨ ਦਾ ਕੀ ਲਾਭ ਹੈ। ਫਿਰ ਮਹਾਰਾਜ ਪਰਮਾਤਮਾ ਨੂੰ ਕਿੱਥੇ ਲੱਭੀਏ? ਪੁੱਛੋ ਬਾਬਾ ਫਰੀਦ ਜੀ ਨੂੰ। ਉਹ ਕਹਿੰਦੇ ਨੇ ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ ਹੈ।
ਵਸੀ ਤੋਂ ਭਾਵ ਹੈ ਵਸਣਾ। ਰੱਬ ਅਰਬੀ ਦਾ ਲਫ਼ਜ਼ ਹੈ, ਪ੍ਰਤਪਾਲਕ, ਖੁਦਾ। ਆਪਾਂ ਇਹ ਪੰਜਾਬੀ ਵਿੱਚ ਵਰਤਦੇ ਹਾਂ। ਇੱਥੇ ਅੱਗੇ ਲਫ਼ਜ਼ ਵਰਤਿਆ ਹੈ ਹਿਆਲੀਆ। ਹਿਆਲੇ ਤੋਂ ਭਾਵ ਹੁੰਦਾ ਹੈ ਆਲੇ ਘਰ ਨੂੰ ਕਹਿੰਦੇ ਨੇ। ਹਿਆ ਬਣ ਗਿਆ ਹਿਰਦੇ ਤੋਂ, ਹਿਰਦੇ ਰੂਪੀ ਘਰ। ਕਹਿੰਦੇ ਕਿੱਥੇ ਢੂੰਡਦਾ ਫਿਰਦਾ ਹੈ ਰੱਬ ਨੂੰ, ਉਹ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਵਸਿਆ ਹੋਇਆ ਹੈ। ਜੰਗਲਾਂ ਵਿੱਚ ਤੂੰ ਦੌੜਿਆ ਫਿਰਦਾ ਹੈ, ਰੇਗਿਸਤਾਨਾਂ ਵਿੱਚ ਤੂੰ ਦੌੜਿਆ ਫਿਰਦਾ ਹੈ, ਬਾਹਰ ਲੱਭ ਰਿਹਾ ਹੈ, ਤੇਰੇ ਅੰਦਰ ਬੈਠਾ ਹੈ। ਇੱਕ ਸ਼ਾਇਰ ਕਹਿੰਦਾ ਹੈ ਆਦਮ ਕੋ ਮਤ ਖੁਦਾ ਕਹੋ, ਆਦਮ ਖੁਦਾ ਨਹੀਂ ਲੇਕਿਨ ਖੁਦਾ ਕੇ ਨੂਰ ਸੇ ਆਦਮ ਜੁਦਾ ਨਹੀਂ। ਬੰਦੇ ਦੀ ਜਾਤ ਨੂੰ ਕਹਿੰਦੇ ਰੱਬ ਨਾ ਕਹਿ। ਤੇ ਇੱਥੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਬੰਦੇ ਦੇ ਵਿੱਚ ਰੱਬ ਨਹੀਂ ਹੈ। ਪਰਮਾਤਮਾ ਹਰ ਇਨਸਾਨ ਦੇ ਵਿੱਚ ਮੌਜੂਦ ਹੈ, ਉਹ ਮਨ ਦੇ ਅੰਦਰ ਹੈ। ਦੇਖੋ, ਇੱਕ ਸੰਸਾਰ ਨਾਲ ਅਤੇ ਨਿਰੰਕਾਰ ਨਾਲ ਜੁੜਨ ਦਾ ਜਿਹੜਾ ਪੱਖ ਹੈ ਨਾ, ਉਹ ਵੱਖੋ ਵੱਖਰਾ ਹੈ। ਸੰਸਾਰ ਨੂੰ ਅਸੀਂ ਪਹਿਲਾਂ ਨਜ਼ਰਾਂ ਨਾਲ ਵੇਖਦੇ ਹਾਂ ਤੇ ਫਿਰ ਯਕੀਨ ਕਰਦੇ ਹਾਂ, ਫਿਰ ਜੁੜਦੇ ਹਾਂ। ਜਦੋਂ ਨਿਰੰਕਾਰ ਦੀ ਗੱਲ ਆਉਂਦੀ ਹੈ ਤੇ ਪਹਿਲਾਂ ਭਰੋਸਾ ਕਰਨਾ ਪੈਂਦਾ ਹੈ, ਫਿਰ ਨਜ਼ਰੀ ਆਉਂਦਾ ਹੈ, ਫਿਰ ਜੁੜਿਆ ਜਾ ਸਕਦਾ ਹੈ, ਫਿਰ ਦਿਖਾਈ ਦਿੰਦਾ ਹੈ। ਸੰਸਾਰ ਦਿਖਦਾ ਹੈ, ਫਿਰ ਯਕੀਨ ਕਰਦੇ ਹਾਂ। ਨਿਰੰਕਾਰ ਅਗੋਚਰ ਹੈ, ਪਹਿਲਾਂ ਯਕੀਨ ਕਰੋਗੇ ਤੇ ਫਿਰ ਨਜ਼ਰੀ ਆਵੇਗਾ। ਕਹਿੰਦੇ ਨੇ ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਨ੍ਹਾਂ ਨੂੰ ਵਿਸ਼ਵਾਸ ਹੈ, ਧਰਮ ਭਰੋਸੇ ਤੇ ਖਲੋਤਾ ਹੈ, ਪ੍ਰੂਫ ਤੇ ਨਹੀਂ। ਪ੍ਰੂਫ ਤੇ ਸੰਸਾਰ ਖਲੋਤਾ ਹੈ, ਸਾਇੰਸ ਖਲੋਤੀ ਹੈ, ਦੁਨੀਆ ਖਲੋਤੀ ਹੈ। ਇਹ ਮੂਰਖ ਲੋਕ ਨੇ ਜਿਹੜੇ ਸਾਇੰਸ ਦੇ ਆਧਾਰ ਤੇ ਧਰਮ ਦੀ ਡੈਫੀਨੇਸ਼ਨ ਦੇਣ ਲੱਗ ਪੈਂਦੇ ਨੇ। ਅਧਿਆਤਮਕ ਦੁਨੀਆ ਵੱਖਰੀ ਹੈ, ਸੰਸਾਰ ਦੀ ਦੁਨੀਆ ਹੋਰ ਹੈ। ਕਹਿੰਦੇ ਯਕੀਨ ਹੋਵੇ ਤੇ ਪ੍ਰਮਾਤਮਾ ਨਜ਼ਰੀ ਆਉਂਦਾ ਹੈ, ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪ੍ਰਮਾਤਮਾ ਅੰਦਰ ਹੈ, ਇਹ ਯਕੀਨ ਵੱਧ ਜਾਵੇ ਤੇ ਇੱਕ ਨਾ ਇੱਕ ਦਿਨ ਦਰਸ਼ਨ ਵੀ ਦੇ ਦਿੰਦਾ ਹੈ। ਗੁਰ ਪ੍ਰਸਾਦ ਸੁਖ ਦੁੱਖ ਸਮ ਜਾਣੈ, ਘਟ ਘਟ ਰਾਮ ਹਿਆਲੀਐ। ਗੁਰੂ ਦੀ ਬਾਣੀ ਪੜ੍ਹਿਆ ਕਰ, ਭਰੋਸਾ ਰੱਖ, ਤੈਨੂੰ ਹਰ ਘਟ ਵਿੱਚ ਪ੍ਰਮਾਤਮਾ ਨਜ਼ਰੀ ਆ ਜਾਵੇਗਾ। ਯੂ ਵਿਲ ਸੀ ਲੋਰਡ ਇਨ ਈਚ ਐਂਡ ਐਵਰੀ ਹਰਟ। ਹਰ ਦਿਲ ਵਿੱਚ ਪ੍ਰਮਾਤਮਾ ਨਜ਼ਰੀ ਆਵੇਗਾ, ਹਰ ਜ਼ਰੇ 'ਚ ਪ੍ਰਮਾਤਮਾ ਦਿਖਾਈ ਦੇਵੇਗਾ। ਫਾਰਸੀ ਤੇ ਪਰਸ਼ੀਅਨ ਦੇ ਮਹਾਨ ਵਿਦਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਦਮਬੋਸੀ ਕਰਨ ਵਾਲੇ ਭਾਈ ਨੰਦ ਲਾਲ ਕਹਿੰਦੇ ਨੇ ਚੁੰਗੈਰ ਅਜ਼ਯਾਤੇ ਪਾਕਸ਼ ਨੇਸਤ ਦਰਹਰਜਾ ਕੇ ਮੈਂ ਬੀਨਮ ਭਗੋ ਗੋਇਆ ਕੁਜ਼ਾ ਬੇਗੁਜ਼ਾਰਮ। ਇਹ ਦੁਨੀਆ ਉਹ ਅਹਲਿल्लाह। ਕਹਿੰਦੇ ਜਿਹੜਾ ਪਰਮਾਤਮਾ ਹੈ ਨਾ, ਜਿਹੜਾ ਪਰਮੇਸ਼ਵਰ ਹੈ, ਉਹਦੇ ਤੋਂ ਬਿਨਾਂ ਦੁਨੀਆ ਤੇ ਦੂਸਰਾ ਕੋਈ ਵੀ ਨਹੀਂ ਹੈ। ਗੈਰ ਮਤਲਬ ਬਗਾਨਾ, ਇੱਥੇ ਬਗਾਨਾ ਕੋਈ ਵੀ ਨਹੀਂ ਹੈ। ਉਹ ਪਵਿੱਤਰ ਜਿਹੜਾ ਰੱਬ ਹੈ, ਬੀਨਮ, ਮੈਂ ਉਹਨੂੰ ਹਰ ਜਗ੍ਹਾ ਦੇਖਦਾ ਹਾਂ, ਹਰ ਜ਼ਰੇ ਵਿੱਚ ਦੇਖਦਾ ਹਾਂ। ਕਹਿੰਦੇ ਬਗੋ ਕਹੋ, ਕੁਝਾ ਦਾ ਮਤਲਬ ਹੈ ਕਿੱਥੇ, ਬੇਗੁਜ਼ਾਰਮ, ਛੱਡ ਕੇ ਜਾਵਾਂ। ਮੈਂ ਕਿੱਥੇ ਦੁਨੀਆ ਨੂੰ ਛੱਡ ਕੇ ਜਾਵਾਂ, ਕਿੱਥੇ ਪਰਿਵਾਰ ਨੂੰ ਛੱਡ ਕੇ ਜਾਵਾਂ। ਮੈਂ ਜਿੱਧਰ ਵੀ ਵੇਖਦਾ ਹਾਂ, ਮੈਨੂੰ ਤੇ ਆਸ-ਪਾਸ ਇਰਦ ਗਿਰਦ ਹਰ ਜ਼ਰੇ ਵਿੱਚ ਪ੍ਰਮਾਤਮਾ ਨਜ਼ਰੀ ਆਉਂਦਾ ਹੈ। ਮੈਨੂੰ ਜੰਗਲ ਵਿੱਚ ਜਾਣ ਦੀ ਲੋੜ ਨਹੀਂ,
ਭਾਵ ਜਿਨ੍ਹਾਂ ਦੀ ਨਜ਼ਰ ਵਿਚਾਰ ਦੀ ਖੁੱਲ੍ਹ ਗਈ ਨਾ, ਉਹਨਾਂ ਨੂੰ ਹਰ ਜ਼ਰੇ ਵਿੱਚ ਪ੍ਰਮਾਤਮਾ ਦਿਖ ਪਿਆ। ਕਿਆ ਜੰਗਲ ਢੂੰਢੀ ਜਾਏ, ਮੈਂ ਘਰ ਬਨ ਹਰਿਆਵਲਾ, ਸੱਚ ਟਿਕੈ ਕਰ ਆਏ ਸ਼ਬਦ ਉਤਾਵਲਾ। ਪਰਮਾਤਮਾ ਦਾ ਨਾਮ ਅੰਦਰ ਹੈ, ਗੁਰੂ ਦੀ ਕਿਰਪਾ ਹੋਈ, ਪ੍ਰਗਟ ਹੋ ਗਿਆ, ਉਹ ਟਿਕਿਆ ਹੋਇਆ ਸੱਚ ਜੋ ਮੇਰੇ ਅੰਦਰ ਹੈ ਨਾ, ਉਹਨੇ ਜੀਵਨ ਵਿੱਚ ਇੰਨੀ ਹਰਿਆਲੀ ਲੈ ਆਂਦੀ ਹੈ ਵੀ ਮੈਨੂੰ ਘਰ ਹੀ ਜੰਗਲ ਪਿਆ ਜਾਪਦਾ ਹੈ। ਮੈਨੂੰ ਹੁਣ ਕਿਧਰੇ ਜਾਣ ਦੀ ਲੋੜ ਨਹੀਂ ਰਹੀ, ਮੈਨੂੰ ਬਾਹਰ ਢੂੰਡਣ ਦੀ ਲੋੜ ਨਹੀਂ ਰਹੀ, ਪਰਮਾਤਮਾ ਅੰਦਰੋਂ ਪ੍ਰਗਟ ਹੋ ਗਿਆ ਹੈ। ਸੋ ਫਰੀਦ ਜੀ ਮਹਾਰਾਜ ਕਹਿੰਦੇ ਨੇ, ਜਿੱਥੇ ਬੈਠਾ ਆਨੰਦ ਵਿੱਚ ਰਹਿ, ਚੌਂਕੜਾ ਲਾ, ਪਰਮਾਤਮਾ ਦੇ ਗੀਤ ਗਾ, ਉਹ ਅੰਦਰੋਂ ਪ੍ਰਗਟ ਹੋਵੇਗਾ ਜਦੋਂ ਵੀ ਹੋਵੇਗਾ, ਬਾਹਰੋਂ ਨਹੀਂ ਲੱਭਣਾ ਤੈਨੂੰ ਉਹ। ਸੋ ਇੱਥੇ ਇਹੀ ਸਮਝਾਉਂਦੇ ਨੇ, ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿ। ਇਹ ਦਾਵਾ ਕਰ ਦੇਣਾ ਵੀ ਉਹ ਸ਼ਾਇਦ ਘਰ ਛੱਡ ਕੇ ਜੰਗਲੀ ਮਿਲਦਾ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਿਹੜੇ ਜੰਗਲ 'ਚ ਰਹਿੰਦੇ ਨੇ ਉਹਨਾਂ ਨੂੰ ਜੰਗਲ ਮੁਬਾਰਕ, ਉੱਥੇ ਚੌਂਕੜਾ ਲਾ ਲੈਣ। ਰੇਗਿਸਤਾਨ ਵਾਲੇ ਉੱਥੇ ਚੌਂਕੜਾ ਲਾ ਲੈਣ, ਗ੍ਰਿਸਤ ਵਿੱਚ ਰਹਿਣ ਵਾਲੇ ਉੱਥੇ ਚੌਂਕੜਾ ਲਾ ਲੈਣ, ਉਹ ਹਿਰਦੇ ਵਿੱਚ ਹੈ। ਸੋ ਘਰ ਛੱਡ ਕੇ ਬਾਹਰ ਹੋ ਤੁਰਨਾ, ਜੇ ਆਖੋ ਵੀ ਇਸ ਤਿਆਗ ਦੇ ਨਾਲ ਹੀ ਪਰਮਾਤਮਾ ਮਿਲ ਜਾਵੇਗਾ, ਨਹੀਂ। ਛੱਡਣੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮੈਂ ਛੱਡਣੀ ਹੈ, ਘਰ ਛੱਡਿਆ ਨਹੀਂ ਰੱਬ ਮਿਲਦਾ, ਮੈਂ ਛੱਡਿਆ ਮਿਲਦਾ ਹੈ, ਵਿਕਾਰ ਛੱਡਿਆ ਮਿਲਦਾ ਹੈ। ਸੋ ਫਰੀਦ ਜੀ ਕਹਿੰਦੇ, ਐਵੇਂ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ, ਕੰਡੇ ਰੌਂਦਦਾ, ਫੁੱਲ ਰੌਂਦਦਾ, ਫਲ ਰੌਂਦਦਾ ਤੁਰਿਆ ਫਿਰਦਾ ਹੈ। ਤੇਰੇ ਅੰਦਰ ਹੈ ਪਰਮਾਤਮਾ, ਪ੍ਰਗਟ ਕਰ ਲੈ। ਅੰਦਰੋਂ ਹੀ ਜਿਸ ਨੇ ਪਾਇਆ ਹੈ, ਪ੍ਰਗਟ ਕੀਤਾ ਹੈ, ਉਹਦਾ ਹੀ ਜੀਵਨ ਸਫਲਾ ਹੋਇਆ ਹੈ। ਅਗਲੇ ਸ਼ਲੋਕ ਵਿੱਚ ਫਰੀਦ ਜੀ ਮਹਾਰਾਜ ਹੁਕਮ ਕਰਦੇ ਨੇ, ਫਰੀਦਾ ਇੰਨੀ ਨਿੱਕੀ ਜੰਗੀਐ, ਥਲ ਡੂੰਗਰ ਭਵੇ ਓਮ। ਉਹ ਇੱਥੇ ਬਿਰਧ ਅਵਸਥਾ ਬਾਬਤ ਜ਼ਿਕਰ ਕਰਦੇ ਨੇ। ਇੱਥੇ ਲਫ਼ਜ਼ ਹੈ ਜੰਗੀ ਹੈ। ਜੰਗ ਕਹਿੰਦੇ ਨੇ ਗੋਡੇ ਤੋਂ ਹੇਠ ਤੇ ਗਿੱਟੇ ਤੋਂ ਉੱਪਰਲਾ ਹਿੱਸਾ। ਕਹਿੰਦੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਜੰਗਾਂ ਨੇ ਨਾ, ਲੱਤਾਂ ਨੇ, ਜਦੋਂ ਜਵਾਨੀ ਸੀ ਬੜਾ ਪੈਂਡਾ ਇਹਨਾਂ ਨੇ ਕੀਤਾ ਹੈ। ਇਹ ਥਲਾਂ ਤੇ ਤੁਰਦੇ ਰਹੇ ਨੇ। ਥਲ ਖੁਸ਼ਕ ਇਲਾਕੇ ਨੂੰ ਕਹਿੰਦੇ ਨੇ, ਟਿੱਬੇ ਨੂੰ ਕਹਿ ਦਿੰਦੇ ਨੇ। ਅੱਜ ਕੱਲ੍ਹ ਰੇਗਿਸਤਾਨ ਲਈ ਵੀ ਵਰਤ ਲਿਆ ਜਾਂਦਾ ਹੈ, ਰੇਤਲੇ ਇਲਾਕੇ ਲਈ। ਡੂੰਗਰ ਪਹਾੜਾਂ ਨੂੰ ਕਹਿੰਦੇ ਨੇ। ਬੜੇ ਪਹਾੜਾਂ ਨੂੰ ਸਰ ਕੀਤਾ ਹੈ ਇਹਨਾਂ ਨਿੱਕੀਆਂ ਲੱਤਾਂ ਨੇ, ਬੜਾ ਪੈਂਡਾ ਕੀਤਾ ਹੈ। ਭਵੇ ਓਮ ਦਾ ਮਤਲਬ ਹੈ ਫਿਰਦੇ ਰਹੇ ਹਾਂ ਜਵਾਨੀ ਵਿੱਚ ਇਹਨਾਂ ਲੱਤਾਂ ਦੇ ਆਸਰੇ। ਇਹਦਾ ਦੂਸਰਾ ਪੱਖ ਇਹ ਹੈ, ਛੋਟੀਆਂ ਛੋਟੀਆਂ ਵਾਸ਼ਨਾਵਾਂ ਦੇ ਕਾਰਨ ਅਸੀਂ 84 ਲੱਖ ਜੂਨਾਂ ਵਿੱਚ ਪਇਓਮ ਪਏ ਰਹੇ ਹਾਂ। ਸੰਸਾਰ ਦੀ ਇੱਛਾ ਵਿੱਚ ਸੰਸਾਰ ਤੇ ਹੀ ਰਹੇ ਹਾਂ। ਅੱਗੇ ਕਹਿੰਦੇ ਨੇ ਮਹਾਰਾਜ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਬੁਢੇਪਾ ਗਿਆ ਹੈ, ਆ ਜ਼ਰਾ ਆਣ ਚੜਿਆ ਹੈ। ਕੂਜੜਾ ਕਹਿੰਦੇ ਨੇ ਕੂਜੇ ਨੂੰ, ਅਰਬੀ ਦਾ ਲਫ਼ਜ਼ ਹੈ ਕੂਜਾ। ਦਸਤੇ ਵਾਲਾ ਲੋਟਾ, ਗੰਗਾ ਸਾਗਰ, ਉਹ ਭਾਂਡਾ ਜਿਹ 'ਚ ਪਾਣੀ ਪਾ ਕੇ ਰੱਖੀਦਾ ਹੈ। ਅਤੇ ਜਦੋਂ ਇਨਸਾਨ ਬਿਰਧ ਹੋ ਜਾਂਦਾ, ਉਹਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਨਾ, ਕੋਲ ਕੋਈ ਟੇਬਲ ਰੱਖ ਕੇ ਉਹਦੇ ਉੱਤੇ ਘੜਾ ਰੱਖ ਦਿੰਦੇ ਨੇ ਪਾਣੀ ਦਾ, ਜਾਂ ਕੁੱਜਾ ਰੱਖ ਦਿੰਦੇ ਨੇ। ਕਹਿੰਦੇ ਜ਼ਰਾ ਰੋਗ ਇਤਨਾ ਬਲਵਾਨ ਹੈ, ਜਿਹੜਾ ਸਰੀਰ ਜਵਾਨੀ ਵਿੱਚ ਨੱਚਦਾ ਟੱਪਦਾ ਫਿਰਦਾ ਸੀ ਨਾ, ਅੱਜ ਆ ਕਹਿੰਦੇ ਆ ਕੋਲ ਹੀ ਮੇਰੇ ਕੁੱਜਾ ਪਿਆ ਹੈ,
और अज शरीर की हस्ती इन्नी छिज गई है, इउं पिया जापदा है भी ये कुज्जा मेरे करीब नहीं है, सैकड़े कोहां ते पिया होया है, ये उठा के पानी पीना भी बड़ा मुश्किल है। सै का मतलब हुंदा 100, सैकड़े। कोस तो तुसी समझदे ही हो, 2.4 किलोमीटर का एक कोस हुंदा है, कोह हुंदा है। थियोम का मतलब है होया, थिया। बुढ़ेपा आया है, जवानी वाली बरकत शरीर विच नहीं रही, तो पानी का पिया पास कटोरा भी 100 कोहां ते जापदा है, इन्नी भी समर्था नहीं है उठा के पी लवां। ये हर बजुर्ग की कहानी है, किसी एक दी नहीं। ये तो साधुआं का ऐसा सुभाव हुंदा भी वो अपने ते ला के ही समझाउंदे ने। कहंदे जरा बुढ़ेपा शरीर नूं निर्बल कर दिंदा है, छिन छिन तन शीजै जरा जनावै। हर पल हर साह दे नाल तन जिहड़ा है ना घटदा जा रहा है, मिटदा जा रहा है। ओल्ड एज इज असर्टिंग इटसैल्फ। कहंदे तेरे ते बुढ़ेपा आ रहा है, जोर पै रहा है तेरे शरीर ते बजुर्गी का। कहंदे पता किद्दां आउंदा है बुढ़ेपा? जर जर वाणा कन चढ़िया नच सी, सतगुर बोहिथ बेड़ सच्चा रख सी। जरवाणिया वांगू हमला करता है शरीर दे उत्ते, जमदूतां वांगू हमला करता है शरीर दे उत्ते। जवानी का खुरा खोज मिटा दिंदा है बुढ़ेपा, इनू कोई रोक नहीं सकता, इन्ना बली है, इन्ना जोरावर है। मोढियां ते आण बहिंदा है। एक गुरु पातशाह किरपा करन, वो मौत के भै तो, जरे दे रोगां तो, बुढ़ेपे दे दुखां तो बचा सकते ने। बजुर्गी आउणी हर एक ते है। इबादत करन वाला, रब दे गीत गाउण वाला दुखां लद्दी घड़ी नूं भी आनंद विच बतीत कर जांदा है, गुरु साहिब दी किरपा होवे ते। इहो शरीर जजरी है, इसनूं जर पहुँचे आए। गुर राखे से उबरे, होर मर जमै आवे जाए। ये शरीर जजरी है, नाश होने वाला है, हर एक का नाश होवेगा। पर जिन्हां ते गुरु की किरपा है, उन्हां दा कल्ला शरीर ही नाश होवेगा, नाम नहीं नाश हुंदा, नाम रवेगा। रब दे गीत गाउण वाले अमर हुंदे ने। सो फरीद जी कहंदे बड़ियां मुश्किलां ने बुढ़ेपे विच, रब दे गीत गाउण वाला ही इन्हां मुश्किलां नूं सर करदा है। अगले श्लोक विच हुक्म करदे ने, फरीदा राती वड्डिया तुक तुख उठन पास। इत्थे कुछ लफ्ज़ वरते ने, तुख तुख भाव तुखना, मचना, थक जाना, शरीर थक जाना, ये इंद्रे थक जाने, चिंता विच तुखदे रहना, ये सारे ही पक्ष ने। कहंदे अवस्था दी रात इन्नी वड्डी है, जिवें सियाल दी जिहड़ी रात हुंदी है ना, वो वड्डी हुंदी है। तो कई बार बंदा थक जाता है, पासे पलटदा है, पासे दुखण लग पैंदे ने। जीवन रूपी अवस्था दी रात विच विकारां दे विच पिया बंदा थक जाता है। और जिहड़ा बंदा विकारी है, गलत कर्म करता है, उहदे अंदर चिंता भी बड़ी उठदी है, डिप्रैशन, वो धुखदा रहिंदा है, वो मचदा रहिंदा है, उहदे पासे दुखदे रहिंदे ने। इहदा दूसरा पक्ष ये भी है, जदों बंदा बंदे दी आस ते जिउंदा है ना, उहनूं धुखना पैंदा है, उहनूं चिंता लग जाती है। कारण यह है भी बंदे दी
जो इच्छा है उसनूं बंदा पूरी नहीं कर सकता। तो जदों इच्छा की पूर्ति नहीं हुंदी तो चिंता खड़ी हुंदी है, शरीर धुखदा है। तो फरीद जी अगे कहते ने, धिग तिन्हां दा जीविया जिन्ना विडाणी आस। धिग दा मतलब है धृग, लांत पाउणी, फिटकार पाउणी। जीविया का भाव है ये शरीर जो जिंदा है। विडाणी का मतलब है बेगानी। त्रिकार है कहते जेड़ा बंदा दूसरे बंदे ते आस ला के बैठा है। जेड़ा बंदा सोचता है भी बंदे पासों मेरी झोली भर जाएगी। करता पुरख विसार कै मानस दी मन आस धरेई। पशु प्रेतो बुरे बरेही। बाबा गुरदास जी कहते ने, त्रिकार है कहते परमात्मा नूं छड्ड के बंदे तो आस लाउणी। कहते ने ये बड़ा बुरी थां फस गया है। पशुआं प्रेतां नूं भी बुरी होवेगी इहदे नाल। चिंता चिखा समान हुंदी है, प्रगट उदों हुंदी है जदों इच्छा नहीं पूरी हुंदी। ते बंदा कदे भी बंदे दी इच्छा पूरी नहीं जे कर सकिया ते ना कर ही सकदा है। जो दिसा है सो आस निराशा, काम क्रोध बिख भूख प्यासा। जेड़ा आप रजिया होवे उही अगले नूं रजावेगा ना। ते महाराज कहंदे इत्थे जिसनूं भी वेखोगे वो निराश ही है, क्योंकि उसकी आशा पूरी नहीं हो सकती। राजा लफ्ज़ पता किहदे लई आउंदा? जो रज गया है। मैनूं दसो जे कोई राजा तुहानूं दिखदा होवे रजिया। एक देश का राजा दूजा देश जितन लई उतावला है, दूजे देश नूं जितना चाहुंदा है। सो महाराज कहंदे ने आशा की पूर्ति किसी की नहीं हुंदी। ये आपां ही राजे बनाए ने, इत्थे रजिया कोई नहीं है। रजिया है रब दे गीत गाउण वाला, जिन्हों संतोख आ गया। तृष्णा दी अग नाम दे पानी नाल जिसने बुझा लई है। पदार्थां नाल कोई नहीं रजिया। गुरु साहब कहंदे ने जिधर भी नज़र दौड़ाओगे उधर ही पदार्थां की प्राप्ति की इच्छा है। हर इच्छा किसी की भी नहीं पूरी हुंदी। फिर तुहानूं बंदा किवें रजावेगा जिहड़ा आप ही हजे भुखा है। काम क्रोध बिख भूख प्यासा। हर एक नूं कामना है, पदार्थां की प्यास है, भुख है। तुहाडी भुख किवें पूरी करेगा बंदा? इहदा यह भी भाव है परमात्मा तो बिना देवी देवते रहबर पीर फकीर तुहाडी भुख नहीं पूरी कर सकते। इन्हां दी आस छड्ड दिओ, ये आप परमेश्वर तो मंगण वाले ने। एक अकाल पुरख की आस ते जीना चाहिए। एक शायर मुसफी गुलाम हमदानी उहदे बोल ने कहंदा, आदमी से आदमी की जब ना हाजत हो रवा, क्यों खुदा ही की करे इतनी ना फिर याद आदमी। बंदे की जरूरत, आदमी की जरूरत आदमी नहीं पूरी कर सकता। परमात्मा नूं याद करना पैंदा है। उन्होंने याद करया कर, उही झोलियां भरेगा। कहो मानुख ते क्या होए आवै, जो तिस भावै सोई करावै। इसकै हाथ होए तां सब किश ले, जो तिस भावै सोई करे। कहंदे बंदे दे हथ कुछ नहीं है। जे बंदे दे हथ सब कुछ होवे तो रज ना जावे। वो आप ते अज ताईं रजिया नहीं है, तैनूं भंडारे कित्थों दवेगा? जो परमात्मा नूं पाउंदा है हुंदा दुनिया ते उही है। कहंदे मानुख की टेक बिरथी सब जान, देवन को एक है। भगवान बंदे दी टेक ते ना रहे। रिलायंस ऑन मोटल्स, बंदे ते जिहड़ी आस रखनी है, निर्भर होना है। कहंदे इस गल का ख्याल रखी, ये व्यर्थ है।
ਅਜਾਈ ਜਾਵੇਗੀ ਤੇਰੀ ਆਸ ਪੂਰੀ ਨਹੀਂ ਹੋਵੇਗੀ, तेरी आशा नूं फल नहीं लगेगा। एक परमेश्वर झोलियां भरदा है, जिस कह दिए रहै अकाए, बहुर ना तृष्णा लागै आए। परमात्मा रज बख्श दिंदा है, झोलियां भर दिंदा है, मंगना ही मुक जाता है, फिर तृष्णा नेड़े नहीं आउंदी। बंदे तो मंगोगे थोड़ा जिहा दवेगा, कल फिर मंगोगे थोड़ा दवेगा, चौथी वार तीजी वार मंगोगे डांग चुकेगा भी सब कुछ तेनू लटा दा मैं हुण, मैं तो आप भुख विच हाँ दुख विच हाँ। सो बंदे तो आशा की पूर्ति नहीं हुंदी। सास सास तेरा नाम समारो, तुम ही को प्रभ आही। नानक टेक पई करते की, होर आस बिडाणी लाही। कहंदे अकाल पुरख नूं ध्याया करो, विडाणी बेगानी आस छड्ड दिओ, ओही झोलियां भरन वाला है। धर जीरै एक टेक तू, लाहे बिडानी आस। नानक नाम ध्याईऐ कारज आवै रास। परमात्मा की आस ते रवोगे तो हर कारज की सफलता होवेगी। झोलियां भर जाणगियां, इच्छावां मिट जाणगियां, इन्ना रज मिल जावेगा तुहानूं। सो विद्वान कहते ने जस्ट meditate on the name of the Lord, He will resolve your all affairs। तेरे सारे अकाउंट सैटल कर देगा, विघन मिटा देगा, झोलियां भर देगा तेरियां। सो बंदे की आस छड्डो, वो तो आप भुखा है, तुहानू की देगा। परमात्मा अगे झोली अड्डिया करो, रज ओही बख्शण वाला है। अगे फरीद जी महाराज कहते ने, फरीदा जे मैं होदा वारिया मिता आयड़िया। फरीद जी ने इत्थे होदा लफ्ज़ वरतिया, इहदा मतलब हुंदा उपस्थित, हाज़र, मौजूद। वारिया दा भाव है आपा वार देना, कुछ भी लुको के ना रखना। मिता का मतलब तुसी समझते ही हो, सज्जण नूं कहा है। आयड़ियां का भाव है ये देश भाषा है, जो आए हुए ने। कहते मेरे घर मित्र आए होण, इत्थे मित्रां का भाव पता की है? महापुरुष, संत जन, अभ्यागत। मेरे घर आए होण सज्जण, मेरे घर आए होण संत, ते मैं सेवा ना करा, मैं लुक जावां, छिप जावां, मैं पदार्थ लको लवां, मैं भोजन लको लवां, प्रसादे लको लवां। अगे कहंदे ने, हेड़ा जलै मजीठ ज्यो उपर अंगारा। हेड़ा दा जिहड़ा भाव है वह है शरीर, ये देही। जलै दा मतलब जलना, अग वांगू मचना। मजीठ एक बेल हुंदी है, इहदी डंडी चों पक्का लाल रंग निकलदा है। इहदा तुसीं ना इंग्लिश विच भी सुनिया होवेगा, रूबिया कॉर्डिफोलिया। बड़ा पक्का रंग हुंदा है। अंगार अग नूं कहिंदे ने, जां अग वांगू तप के लाल हो जाना। लकड़ दे जलदे भाग नूं भी कहिंदे ने, जलदे कोले नूं भी अंगार कह दिंदे ने। फरीद जी कहिंदे ने, मैं जे किसे घर आए अभ्यागत दी सेवा ना करा, खिसक जावां, लुक जावां, छिप जावां, पदार्थ लुको लवां, ते मैं कहंदे इउं मचदा हाँ, इउं मेरी जिंद मचदी है, जिवें कोलियां दे उत्ते कहंदे ने कुछ मच के मजीठ वर्गा लाल हो जावे। सो इन्ना मैनू दुख महसूस हुंदा है, बड़ा जिंद नूं दुख प्रतीत हुंदा है।
ਮਹਾਰਾਜ ਪਾਤਸ਼ਾਹ ਸਾਨੂੰ ਇੱਥੇ ਸਮਝਾਉਂਦੇ ਨੇ ਘਰ ਆਏ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ, ਸੇਵਾ ਕਰਨੀ ਚਾਹੀਦੀ ਹੈ। ਕਬੀਰ ਜਾਂ ਕਰ ਸਾਧਨਾ ਸੇਵੀਆ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਕਹਿੰਦੇ ਜਿਹੜੇ ਘਰ ਵਿੱਚ ਸਾਧੂਆਂ ਸਤਪੁਰਸ਼ਾਂ ਦੀ ਲੋੜਵੰਦਾਂ ਦੀ ਸੇਵਾ ਨਹੀਂ ਹੁੰਦੀ, ਕਿਸੇ ਆਏ ਨੂੰ ਰੋਟੀ ਨਹੀਂ ਮਿਲਦੀ, ਕਿਸੇ ਤਨ ਤੋਂ ਨੰਗੇ ਨੂੰ ਕੱਪੜਾ ਨਹੀਂ ਮਿਲਦਾ, ਇੱਥੇ ਉਹਨਾਂ ਘਰਾਂ ਦੀ ਗੱਲ ਹੈ ਜਿਹੜੇ ਰੱਬ ਨੇ ਜੋਗ ਬਣਾਏ ਨੇ, ਜਿਨ੍ਹਾਂ ਕੋਲ ਖਾਣ ਲਈ ਵੀ ਬਹੁਤ ਹੈ, ਪਹਿਨਣ ਲਈ ਵੀ ਬੜਾ ਹੈ, ਲੋੜ ਨਾਲੋਂ ਵੱਧ ਹੈ। ਜਿਹੜਾ ਆਪ ਹੀ ਭੁੱਖਾ ਨੰਗਾ, ਇੱਥੇ ਉਹਦੀ ਗੱਲ ਨਹੀਂ ਹੈ। ਕਬੀਰ ਜੀ ਕਹਿੰਦੇ ਸਾਧੂ ਘਰ ਆਇਆ ਤੇ ਸੇਵਾ ਕੀਤੀ ਨਾ, ਹਰ ਕੀ ਸੇਵਾ ਨਾ ਹੈ। ਤੇ ਸਾਧੂ ਦੀ ਸੇਵਾ ਜਿਸਨੇ ਨਹੀਂ ਕੀਤੀ ਉਹ ਹਰੀ ਦੀ ਭਗਤੀ ਕੀ ਕਰੇਗਾ, ਪਰਮਾਤਮਾ ਦੀ ਭਗਤੀ ਉਹ ਕਿੱਥੇ ਕਰ ਸਕਦਾ ਹੈ। ਕਹਿੰਦੇ ਇਹ ਘਰ ਨਹੀਂ। ਕਬੀਰ ਜੀ ਫਿਰ ਇਹ ਕੀ ਨੇ, ਸਾਨੂੰ ਤੇ ਵੇਖਣ ਵਿੱਚ ਘਰ ਹੀ ਲੱਗਦੇ ਨੇ। ਕਹਿੰਦੇ ਨਹੀਂ, ਮਰਹਟ ਨੇ। ਮਰਹਟ ਦਾ ਭਾਵ ਹੁੰਦਾ ਹੈ ਮਸਾਣ ਵਰਗੇ ਨੇ, ਮੜੀਆਂ ਵਰਗੇ ਨੇ। ਆਹ ਬੰਦੇ ਨਹੀਂ ਰਹਿੰਦੇ ਇਹਨਾਂ ਘਰਾਂ 'ਚ, ਕਹਿੰਦੇ ਭੂਤ ਰਹਿੰਦੇ ਨੇ, ਭੂਤ। ਜਿਹੜੇ ਸਤਪੁਰਸ਼ਾਂ ਦੀ ਸੇਵਾ ਨਹੀਂ ਕਰਦੇ, ਕਬੀਰ ਨੇ ਭੂਤ ਦੱਸੇ ਨੇ। ਹੁਣ ਡੈਮਨਸ ਡਿਵੈਲ ਵਿਦਿਨ ਦੈਮ, ਉਹਨਾਂ ਘਰਾਂ ਵਿੱਚ ਕਹਿੰਦੇ ਭੂਤ ਵਸ ਰਹੇ ਨੇ। ਜਨ ਕੀ ਸੇਵਾ ਉੱਤਮ ਕਾਮਾ, ਤਿਨ ਦਾਸਨ ਦਾਸ ਕਰੋ ਹਮ ਰਾਮਾ। ਸੰਤ ਜਨ ਸਿਉ ਪ੍ਰੀਤ ਬਨ ਆਈ, ਤੇ ਜਨ ਨਾਨਕ ਨਾਮ ਸਮਾਈ। ਮਹਾਰਾਜ ਕਹਿੰਦੇ ਅਰਦਾਸ ਕਰਿਆ ਕਰ ਪਰਮੇਸ਼ਵਰ, ਤੇਰਾ ਨਾਮ ਜਪਣ ਵਾਲੇ ਪੂਰਿਆਂ ਸੰਤਾਂ ਦੀ ਸੰਗਤ ਮਿਲੇ ਤੇ ਅਸੀਂ ਉਹਨਾਂ ਦੀ ਸੇਵਾ ਕਰੀਏ। ਤੇ ਜਦੋਂ ਕਰੀਏ ਨਾ ਸੇਵਾ, ਉਹਨਾਂ ਨਾਲ ਐਸੀ ਪ੍ਰੀਤ ਜੁੜ ਜਾਵੇ ਵੀ ਜਿਸ ਤਰ੍ਹਾਂ ਉਹਨਾਂ ਦੀ ਪ੍ਰੀਤ ਵਾਹਿਗੁਰੂ ਨਾਲ ਹੈ, ਚੌਂਕੜਾ ਲਾਉਂਦੇ ਨੇ, ਅਸੀਂ ਵੀ ਇੱਦਾਂ ਉਹਨਾਂ ਨਾਲ ਚੌਂਕੜਾ ਲਾ ਕੇ ਰੱਬ ਦੇ ਗੀਤ ਗਾਈਏ। ਤੇ ਜਿਹੜਾ ਰੱਬ ਦੇ ਗੀਤ ਗਾਉਂਦਾ ਹੈ, ਨਾਮ ਵਿੱਚ ਸਮਾ ਜਾਂਦਾ ਹੈ, ਰੱਬ ਵਿੱਚ ਅਭੇਦ ਹੋ ਜਾਂਦਾ ਹੈ। ਦੇ ਆਰ ਅਬਜ਼ੋਰਬਡ ਇਨ ਦਾ ਨੇਮ ਆਫ ਲਾਰਡ। ਰੱਬ ਦੇ ਗੀਤ ਗਾਉਣ ਵਾਲਾ ਰੱਬ ਵਰਗਾ ਹੋ ਜਾਂਦਾ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਸੋ ਫਰੀਦ ਜੀ ਕਹਿੰਦੇ ਘਰ ਆਏ ਅਭਿਆਕਤ ਦੀ ਸੇਵਾ ਨਾ ਹੋ ਪਾਵੇ ਤੇ ਮੈਨੂੰ ਬੜੀ ਚਿੰਤਾ ਹੁੰਦੀ ਹੈ। ਮੇਰਾ ਅੰਗਾਰ ਵਾਂਗੂ ਮਨ ਜਿਹੜਾ ਹੈ ਮੱਚਣ ਲੱਗ ਪੈਂਦਾ ਹੈ। ਮੈਂ ਇਹ ਮੌਕਾ ਨਹੀਂ ਜਾਣ ਦਿੰਦਾ ਆਏ ਸਤਪੁਰਸ਼ ਦੀ ਸੇਵਾ ਨਾ ਕਰ ਸਕਾਂ। ਮੈਂ ਸੇਵਾ ਕਰਦਾ ਹਾਂ। ਅੱਗੇ ਫਰੀਦ ਜੀ ਮਹਾਰਾਜ ਹੁਕਮ ਕਰਦੇ ਨੇ, ਫਰੀਦਾ ਲੋੜੈ ਦਾਖ ਬਿਜੁਰੀਆ, ਕਿੱਕਰ ਬੀਜੈ ਜੱਟ। ਲੋੜੇ ਦਾ ਮਤਲਬ ਹੈ ਚਾਹ ਰੱਖਣੀ, ਇੱਛਾ ਰੱਖਣੀ, ਆਵਸ਼ਕਤਾ ਹੋਣੀ, ਜ਼ਰੂਰਤ ਹੋਣੀ। ਦਾਖ ਜਿਹੜਾ ਲਫ਼ਜ਼ ਹੈ ਨਾ, ਦਰਾਕਸ਼ਾ ਨੂੰ ਕਹਿੰਦੇ ਨੇ ਸੰਸਕ੍ਰਿਤ ਵਿੱਚ, ਸੁੱਕੇ ਹੋਏ ਅੰਗੂਰਾਂ ਨੂੰ। ਹੁਣ ਤੁਸੀਂ ਮੇਵੇ ਕਹਿ ਲਓ, ਦਾਖਾਂ ਕਹਿ ਲਓ, ਅੰਗੂਰ ਕਹਿ ਲਓ, ਮਿੱਠੇ ਦੀ ਬਾਤ ਹੈ। ਇੱਕ ਜਗ੍ਹਾ ਦਾ ਨਾਮ ਲਿਆ ਹੈ ਬਿਜੁਰੀਆਂ। ਜਿਹੜਾ ਬਿਜੌਰ ਦਾ ਇਲਾਕਾ ਹੈ ਨਾ, ਕਹਿੰਦੇ ਉਹ ਉੱਥੋਂ ਦੇ ਅੰਗੂਰ ਬੜੇ ਮਿੱਠੇ ਨੇ, ਮੇਵੇ ਬੜੇ ਮਿਠਾਸ ਵਾਲੇ ਨੇ। ਅੱਗੇ ਕਿੱਕਰ ਲਫ਼ਜ਼ ਹੈ, ਅਰੇਬਿਕਾ ਨੂੰ ਕਹਿੰਦੇ ਨੇ। ਇਹ ਬਬੂਲ ਨੂੰ ਕਹਿ ਦਿੱਤਾ ਜਾਂਦਾ ਹੈ ਕਿੱਕਰ। ਕੰਡਿਆਂ ਵਾਲਾ ਬ੍ਰਿਸ਼ ਹੁੰਦਾ, ਪਿੰਡਾਂ ਦੇ ਲੋਕ ਤੇ ਜਾਣਦੇ ਨੇ, ਸ਼ਹਿਰਾਂ ਸ਼ੂਰਾਂ 'ਚ ਤੇ ਪਤਾ ਨਹੀਂ ਕਿੱਕਰਾਂ ਲੱਭਣ ਕਿ ਨਾ ਲੱਭਣ। ਇਹਦੇ ਸੱਕ ਚੋਂ ਨਾ ਚਮੜੇ ਵਰਗਾ ਰੰਗ ਨਿਕਲਦਾ, ਇਹਦੀ ਖੱਲ ਚੋਂ। ਔਰ ਇਹ ਜਿਹੜਾ ਕੰਡਿਆਂ ਵਾਲਾ ਰੁੱਖ ਹੈ, ਫਰੀਦ ਜੀ ਮਹਾਰਾਜ ਕਹਿੰਦੇ ਨੇ ਜੱਟ ਨੇ ਇਹ ਉਗਾਉਣਾ ਕੀਤਾ, ਬੀਜਿਆ। ਬੀਜ ਤੋਂ ਤੁਸੀਂ ਜਾਣੋ ਹੀ ਹੋ, ਉਹ ਮੂਲ ਜਿਹਦੇ ਤੋਂ ਫਸਲ ਪੈਦਾ ਹੋਵੇ, ਵਨਸਪਤੀ ਪੈਦਾ ਹੋਵੇ। ਫਸਲ ਦਾ ਜੋ ਵਜੂਦ ਹੈ, ਰੁੱਖਾਂ ਦਾ ਜੋ ਬੀਜ ਹੈ, ਜੋ ਉਤਪਤੀ ਦਾ ਕਾਰਨ ਹੈ। ਜੱਟ ਰਾਹਕ ਲਈ ਆਇਆ ਹੈ, ਜੋ ਵਾਹੀ ਖੇਤੀ ਕਰਦਾ ਹੈ।
जट ने किकरां बीजियां ते जे जट हुण ये झाक रखे भी इन्हां किकरां नूं बजौर दे अंगूर लगणगे, मेवे लगणगे, कहंदे नहीं, कंडे ही लगणगे। जे वेलां लाइयां हुंदियां ते अंगूर लगदे ना, तूं ते बीजे ही कंडे ने, कंडे ही लगणगे। हंडै उन कताएं दा पैंदा लोड़ै पट। हंडै लफ्ज़ है, हंड का मतलब हुंदा है भ्रमण करना, फिरना। उन का मतलब पशम है, भेड़ आदक जीवां दे जो रोम ने। कत्तण तो भाव माइयां जाणदियां ही ने, चरखे आदि जंतर दे नाल पाउंदे तकले दी नोक दे उत्ते उन नूं रूई नूं कतदे रहना, तंद कढ़नी। कुछ बीबियां असूइयां जियां ना उन लैके स्वैटर भी उणदियां ने। पैदा लफ्ज़ है अगे पहरिया होया। पट रेशम नूं कहंदे ने, रेशमी वस्त्र नूं। कहंदे तूं उन कत्ती है सारी उम्र। हुण जे तूं आखें भी उन दा कत्तिया होया वस्त्र अमुला रेशम बन जावे ते ये नहीं होवेगा। जो कत्तिया है उही मिलेगा, रेशम पहनण नूं नहीं मिलेगा। तूं कत्ती उन सी। इहदा अर्थ यह है भी जे तुसीं अज हस रहे हो ना, तो इहदा मतलब है किसे नूं हसाया है तुसीं। जे रोंदे पए हो तो किसे नूं रवाया है तुसीं। जे अज तुसीं दुखी हो तो पिछे किसे नूं दुख दिता है तुसीं। जे अज सुख माण रहे हो तो पिछे किसे नूं सुख दिता है। परमात्मा दी कुदरत अंदर ये नियम अटल है, जो तुसीं किसे दी झोली पाया है वो परत के तुहाडी झोली पलट के आउणा ही आउणा है। समा लग सकदा है। इनू कहंदे ने दद्दै दोष ना देऊ किसै, दोष कर्मा अपनिया, जो मैं किया सो मैं पाया, दोष ना दीजै अवरजना। जे कंडे बीजे ने दुख बीजिया है तो बिजौर दे अंगूर सुख नहीं मिलने, कंडे ही चुभने ने। ते जे अंगूर दी वेल लाई है, सुख बीजिया है, मिठा बीजिया है, तो दाखां ही मिलणगियां, कंडे नहीं मिलते तैनूं। उन कत्ती है, दुख कत्तिया है, तो दुख का ही कपड़ा पहनना मिलेगा, रेशम नहीं मिलना, सुख नहीं मिलना। जे कत्तिया रेशम होया तो सिखा याद रखी, फिर सुख बीजिया सी, सुख कत्तिया सी, सुख ही मिलेगा। एक सिद्धांत है दुनिया का, इनू इंग्लिश विच कर्मा कह दिंदे ने। द वर्ड कर्मा लिटरली मीन्स एक्टिविटी। कर्मा कैन बी एडवाइज्ड अप इनटू अ फ्यू सिंपल कैटेगरीज लाइक गुड और बैड। चंगे या मंदे कर्म, ये दो कैटेगरियां ने कर्म दियां। कोई चंगा करदा, कोई मंदा करदा है। पर इहदा एक सिद्धांत है, एक कुदरत है, वट गोज अराउंड कम्स अराउंड। जो कुछ कहंदे तू कीता है वो परत के तेरे वल आउणा ही आउणा है। जो करेगा वो भरेगा। एक इहदा होर पक्ष लिया जाता है, एज यू सो सो शैल यू रीप। जो बीजिया है वो तू ही वढ़ना है। मान लो 2 एकड़ पैली है, 2 किले पैली है, आ एक किसान दी है, दूसरी दूजे किसान दी है। बीज बीजे ने दोनों ने, एक दी फसल चंगी है, एक दी मंदी है। तो चंगी फसल वाला ते मंदी फसल वाला दो पक्ष ने। मंदी फसल वाला आखे भी मैं चंगी फसल कट लवां, नहीं तेरी मलकीयत नहीं है, वो किसी होर दी है। जो तू बीजिया वो तू कटना कटना है, जो मैं बीजिया वो मैं कटांगा। ये कर्मा दा लॉ है। इट्स द बेसिक अंडरस्टैंडिंग of how karma works.
ये एक सिद्धांत है। सो किसी नूं दोष ना दे, ये तैनूं पता है की बीजिया है, वो तैनूं कटना ही पैना है। हाँ, कई बार समा इसलिए लगता, कई फसलां हुंदियां ना अज बीजो तो साल नूं फल दिंदियां ने, कुछ फसलां ने अज बीजो तो महीने बाद फल दिंदियां ने। जेरा कर चंगा बीजिया है फल मिलेगा, महीना नहीं तो साल ताईं, समा वध लग सकता है। मंदा बीजिया है उड़ीक, ये फल भी तैनूं मिलना ही मिलना है। कंडे बीजे ने, जे आखे ना लो मैनू तो दुख लग्या नहीं, मैं बड़ियां नूं दुखी किया, थोड़ा जिहा उड़ीक ला, हरे फसल प्रफुल्लत हो रही है, कटनी तैनूं पैनी है। सो आपां अंदर खाते चंगी तरह जानते हैं भी मैं कीता की है, भोग की रहा हाँ, मेरे गुनाह की ने। लोग नहीं समझ पाते क्योंकि तेरे मन ताईं किसी दी पहुँच नहीं है। तेरी जिहड़ी हस्ती है ना, वो तू ही जानदा है बुरा है या भला है, लोग नहीं जानते। लोग पता कित्थों फैसला लेंदे ने, बाहरों की है इंसान। असल जो बाहरों दिखदा है ना इंसान, वो नहीं हुंदा। असल अंदर जिहड़ी खेड है, वो बंदा आप जानदा भी मैं किन्नी क करतूत दा मालक हाँ। ये तो इदां है भी जिहड़ा मेरा सज्जन होया ना, उन्हें खुशामद करनी है मेरी भी, बल्ले बल्ले, ये वर्गा दूजा बंदा ही नहीं है। तो जिहड़ा बेगाना होया, ईरखा करदा होया, उन्हें मेरी निंदा करनी है। पर असल विच तू जानदा है भी ये खुशामद गलत है जां ठीक है, निंदा गलत है जां ठीक है। क्योंकि जो मन विच चलदा है, असल तेरी वो मूरत है जो तू बाहरी तौर ते दिखाई दिना है, तू वो नहीं है। बाहरों कई संत हुंदे ने, अंदरों साखत ने। कईयां दी बाहरों करनी ठीक नहीं जापदी, अंदरों बड़े निर्मल हुंदे ने, कोमल हुंदे ने। वेखण नूं हंस ते बगला इक्को जिहे लगदे ने। बगला डड्डी मच्छी खांदा है, मारते ही रहिंदा है, हंस मोती चुकदा है। सो तू चंगी तरह जानदा है। एक फारसी दा बोल है, कहंदे तू अपना मुनसब खुद बन जा। मुनसब हुंदे ने फैसला करन वाला, तू खुद मुनसब शुद्ध। ये तू फैसला कर, तू चंगा बीजिया है कि मंदा, लोग की दसणगे इत्थे। पर यही असलीयत है, खेत शरीर जो बीजे है सो अंत खलोआ आए। नानक की प्रभ बेनती हर भावै बख्श मिलाए। कहंदे ये खेत शरीर है, जेड़े कर्म इहदे विच बीजे ने, मंदे ने ते मंदा ही फल, दुख ने ते दुख ही भोगेगा, सुख ने ते सुख भोगेगा। अंत नूं ओही प्रगट होने ने जेड़े कर्म तू बीजे ने। जे नहीं चंगे बीजे ते तरला लिया कर, ऐ गुरु नानक साहब खुद खुदा किरपा करो, अपने चरनां नाल जोड़ लो। अज तक कोई भी कदम चंगा नहीं पुटिया, चंगा कर्म नहीं होया, बख्श लो। ते जे चंगे बीज रहा है ते अरदास करया कर, कदे मंदा कदम ना पुटिया जावे। जिन्ना जीवन है चंगियाई ही करदा रवां। सो गुरु साहब, गुरु पातशाह सानू ये हुक्म करते ने, भाई किसी नूं दोष ना देई, जो बीजिया है वो वड्डना पैना है। कंडे ना बीज, जे दाखां चाहना है, अंगूर चाहना है, सुख चाहना है। सो दीन दुनिया दे मालक सानू यही सिक्ख्या दिंदे ने, सानू समझाउंदे ने। बाबा फरीद जी दे रूप विच परमात्मा दे गीत गाओ, ये जिहड़ा साडा जीवन है फिर सफला हो जाएगा। देखो, एक धर्म की सिक्ख्या का बचन तुहाडे नाल साझा करा। साडी एक वखरी होंद है, ना हम हिंदू ना मुसलमान, अल्लाह राम के पिंड प्राण। गुर सतगुर का जो सिख अखाए, सो पढ़ के उठ हर नाम ते आवै। असीं गायत्री नहीं पढ़ते, ना गायत्री का खंडन ही करते हैं। हिंदू वीरां नूं मुबारक है उन्हां दा धर्म। असीं कलमा नहीं पढ़ते,
ਨਾ ਅਸੀਂ ਇਸਲਾਮ ਦਾ ਖੰਡਨ ਨਹੀਂ ਕਰਦੇ ਹਾਂ, ਉਹਨਾਂ ਨੂੰ ਮੁਬਾਰਕ ਹੈ ਉਹਨਾਂ ਦਾ ਧਰਮ। ਸਿੱਖ ਜਗਤ ਕਿਸੇ ਧਰਮ ਦਾ ਖੰਡਨ ਨਹੀਂ ਕਰਦਾ, ਪਖੰਡ ਦਾ ਖੰਡਨ ਕਰਦਾ ਹੈ। ਜੇ ਤੂੰ ਕਿਸੇ ਸਿੱਖ ਪ੍ਰਚਾਰਕ ਦੇ ਮੂੰਹੋਂ ਕਿਸੇ ਧਰਮ ਦਾ ਖੰਡਨ ਸੁਣਿਆ ਹੈ ਤੇ ਇਹ ਉਹਦੀ ਆਪਣੀ ਸੋਚ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਉਂ ਨਹੀਂ ਕਹਿੰਦੇ। ਹਾਂ, ਉਹ ਜਾਮਾ ਪਹਿਨਾ ਸਕਦਾ ਹੈ ਵੀ ਗੁਰੂ ਸਾਹਿਬ ਇੱਦਾਂ ਕਹਿੰਦੇ ਨੇ, ਪਰ ਇੱਦਾਂ ਦਾ ਕੁਝ ਨਹੀਂ ਹੈ। ਹੁਣ ਸਾਡੀ ਹੋਂਦ ਵੱਖਰੀ ਹੈ, ਸਾਡੇ ਚਿੰਨ੍ਹ ਵੱਖਰੇ ਨੇ। ਹਿੰਦੂ ਵੀਰ ਜੰਝੂ ਪਾਉਂਦੇ ਨੇ, ਮੁਸਲਮਾਨ ਵੀਰ ਸੁੰਨਤ ਕਰਵਾਉਂਦੇ ਨੇ, ਅਸੀਂ 5 ਕਕਾਰ ਪਾਉਂਦੇ ਹਾਂ। ਸਾਨੂੰ ਖੰਡੇ ਦੀ ਪੌਲ 5 ਪਿਆਰੇ ਬਖਸ਼ਦੇ ਨੇ। ਤੇ ਕਦੇ ਰਹਿਤਨਾਮੇ ਪੜ੍ਹੋ, ਸਾਨੂੰ ਹੁਕਮ ਹੈ ਵੀ ਜਦੋਂ ਬੱਚਾ ਜਾਂ ਬੱਚੀ ਪੈਦਾ ਹੋਵੇ ਨਾ, ਭੁਜੰਗ ਜਾਂ ਭੁਜੰਗਣ ਪੈਦਾ ਹੋਵੇ, ਤੇ ਗੁਰੂ ਘਰ ਜਾ ਕੇ ਅਸੀਂ ਗੁਰੂ ਕੀ ਵਡਿਆਈ ਦੇ ਸ਼ਬਦ ਪੜ੍ਹ ਕੇ, ਬਾਣੀ ਪੜ੍ਹ ਕੇ ਗੁਰੂ ਕੇ ਵਜ਼ੀਰ ਕੋਲੋਂ ਅਰਦਾਸ ਕਰਵਾਉਂਦੇ ਆ। ਜੋ ਹੁਕਮਨਾਮਾ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹਦੇ ਪਹਿਲੇ ਲਫ਼ਜ਼ ਤੋਂ ਅਸੀਂ ਨਾਮਕਰਨ ਕਰਦੇ ਹਾਂ। ਖੱਖਾ ਆਇਆ ਤੇ ਖੜਗ ਸਿੰਘ, ਸੱਸਾ ਆਇਆ ਤੇ ਸਰੂਪ ਸਿੰਘ, ਲੜਕੀ ਹੋਈ ਸੱਸਾ ਆ ਗਿਆ ਤੇ ਸੁਰਜੀਤ ਕੌਰ। ਹੁਣ ਕੌਰ ਲਫ਼ਜ਼ ਇਹ ਜ਼ਰੂਰੀ ਹੈ। ਵੇਖੋ, ਸਿੰਘ ਦਾ ਮਤਲਬ ਸਿੰਘ ਹੁੰਦਾ ਹੈ ਫਾਰਸੀ ਵਿੱਚ। ਸਿੰਘ ਸ਼ੇਰ ਨੂੰ ਕਹਿੰਦੇ ਨੇ, ਸ਼ੇਰ ਸਾਹਸੀ ਹੈ। ਸਿੱਖ ਬੜਾ ਸਾਹਸ ਵਾਲਾ ਹੈ, ਵਿਕਾਰਾਂ ਨੂੰ ਜਿੱਤ ਲੈਂਦਾ ਹੈ ਸਾਹਸ ਨਾਲ, ਦੁਸ਼ਮਣਾਂ ਨਾਲ ਦੀਨ ਦੀ ਖਾਤਰ ਡਹਿ ਮਰਦਾ ਹੈ, ਸ਼ਹੀਦ ਹੋ ਜਾਂਦਾ ਹੈ। ਸਿੰਘ ਲਫ਼ਜ਼ ਸੁਰਜੀਤ ਕਰਨ ਨੂੰ ਭਾਰਤ ਵਰਸ਼ ਦੇ ਗੁਲਾਮ ਲੋਕਾਂ ਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ, ਤੇ ਕਹਿੰਦੇ ਮੇਰੀਆਂ ਬੱਚੀਆਂ ਵੀ ਪਿੱਛੇ ਨਹੀਂ, ਅੰਮ੍ਰਿਤ ਛਕੋ। ਲਫ਼ਜ਼ ਬਖਸ਼ਿਆ ਕੌਰ। ਕਈ ਕਹਿ ਦਿੰਦੇ ਕੌਰ ਦਾ ਮਤਲਬ ਕੁਵੀਨ ਹੈ, ਨਹੀਂ, ਕੁੰਵਰ ਨੂੰ ਕਹਿੰਦੇ ਨੇ, ਰਾਜਕੁਮਾਰ ਨੂੰ। ਕੁਮਾਰ ਨੂੰ ਕਿਹਾ ਜਾਂਦਾ ਹੈ ਕੌਰ, ਤੇ ਕੁਮਾਰ ਹੁੰਦਾ ਹੈ 5 ਵਰ੍ਹਿਆਂ ਤੱਕ ਦਾ ਬਾਲਕ। ਮਹਾਰਾਜ ਕਹਿੰਦੇ ਇਹ ਬੱਚੀਆਂ ਮੈਨੂੰ ਬੜੀਆਂ ਪਿਆਰੀਆਂ ਨੇ। ਛੋਟਾ ਬੱਚਾ ਪਿਆਰਾ ਹੁੰਦਾ ਨਾ ਮਾਪਿਆਂ ਨੂੰ ਵੱਡੇ ਨਾਲੋਂ। ਮਰਦ ਦੀ ਜਾਤ ਨੂੰ ਸਿੰਘ ਕਿਹਾ ਤੇ ਬੱਚੀਆਂ ਨੂੰ ਕੌਰ ਕਿਹਾ। ਸਾਡਾ ਮਾਈ ਬਾਪ ਹੈ ਨਾ ਗੁਰੂ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਤੇ ਸਾਨੂੰ ਸਾਡੇ ਮਾਤਾ ਪਿਤਾ ਦਾ ਹੁਕਮ ਹੈ ਵੀ ਨਾਮ ਨਾਲ ਸਿੰਘ ਲਾਉਣਾ ਹੈ ਮਰਦ ਦੇ ਤੇ ਲੜਕੀ ਦੇ ਕੌਰ। ਅੱਜ ਤੁਸੀਂ ਅਖਬਾਰਾਂ ਪੜ੍ਹ ਲਵੋ, ਸੋਸ਼ਲ ਮੀਡੀਆ ਦੇਖ ਲਵੋ, ਜਾਂ ਕਿਧਰੇ ਸਮਾਜ ਵਿੱਚ ਵਿਚਰ ਕੇ ਦੇਖੋ, ਆਈਡੀਜ਼ ਜਿਹੜੀਆਂ ਸਰਕਾਰੀ ਤੌਰ 'ਤੇ ਸਾਨੂੰ ਮਿਲੀਆਂ ਨੇ, ਵੇਖੋ ਅਸੀਂ ਗਿੱਲ ਸੰਧੂ ਸੇਠੀ 'ਤੇ ਲਾ ਲੈਂਦੇ ਹਾਂ, ਨਾ ਸਿੰਘ ਹੀ ਲਾ ਰਹੇ ਹਾਂ, ਨਾ ਕੌਰ ਹੀ ਲਾ ਰਹੇ ਹਾਂ। ਤੇ ਮੈਂ ਤੁਹਾਨੂੰ ਬੇਨਤੀ ਕਰ ਦੇਵਾਂ, ਜੇ ਅੱਜ ਜ਼ੁਲਮੋ ਸਿਤਮ ਤੋਂ ਬਚ ਕਰਕੇ ਤੁਸੀਂ ਸਰਦਾਰੀ ਮਾਣ ਰਹੇ ਹੋ ਨਾ, ਚਾਹੇ ਭਾਰਤ ਹੋ, ਕਨੇਡਾ ਹੋ, ਅਮਰੀਕਾ ਹੋ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਹੀ ਹੈ। ਨਹੀਂ ਤੇ 1001 ਈਸਵੀ ਤੋਂ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਲੈ ਕੇ ਤੁਸੀਂ ਕਈ ਸਦੀਆਂ ਮੁਗਲਾਂ ਦੇ ਗੁਲਾਮ ਰਹੇ ਹੋ। ਬੁੱਲੇ ਸ਼ਾਹ ਕਹਿੰਦਾ ਤੁਸੀਂ ਬਾਗਾਂ ਦਿਆ ਕਰਨੀਆਂ ਸੀ ਮਸਜਿਦਾਂ ਵਿੱਚ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦਾ। ਤੇ ਭਾਰਤ ਦੇ ਲੋਕੋ, ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਘਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਤੇ ਤੂੰ ਮੇਰੇ ਗੁਰੂ ਬਾਪੂ ਪਾਤਸ਼ਾਹ ਦਾ ਬਖਸ਼ਿਆ ਸਿੰਘ ਤੇ ਕੌਰ ਹਟਾ ਰਿਹਾ ਹੈ, ਤੂੰ ਵੀ ਦੁਨੀਆ ਤੋਂ ਹਟ ਜਾਵੇਂਗਾ, ਤੇਰਾ ਵਜੂਦ ਨਹੀਂ ਰਹੇਗਾ ਇੱਥੇ। ਵਜੂਦ ਉਹਨੇ ਦਿਨ ਜਿੰਨਾ ਚਿਰ ਸਿੰਘ ਤੇ ਕੌਰ ਲਾਇਆ ਹੈ, ਕਿਉਂਕਿ ਇਹੀ ਅਲਫਾਜ਼ ਸਨ ਜਿਨ੍ਹਾਂ ਨੇ ਭਾਰਤ ਦੇ ਗੁਲਾਮ ਲੋਕਾਂ ਨੂੰ ਸ਼ੇਰ ਬਣਾ ਦਿੱਤਾ, ਸ਼ੇਰਨੀਆਂ ਬਣਾ ਦਿੱਤਾ। ਅਲਫਾਜ਼ਾਂ 'ਚ ਬੜੀ ਤਾਕਤ ਹੁੰਦੀ ਹੈ। ਨਾਲੇ ਗੁਰੂ ਦਾ ਹੁਕਮ ਹੈ, ਤੇ ਜਿਹੜਾ ਰਹਿਤਨਾਮਿਆਂ ਨੂੰ ਧਿਆਨ ਨਾਲ ਪੜ੍ਹਦਾ ਹੈ ਨਾ, ਉੱਥੇ ਜ਼ਿਕਰ ਹੈ ਵੀ ਜੇ ਕਿਸੇ ਸਿੰਘ ਦਾ ਨਾਮ ਅੱਧਾ ਲਈਏ ਉਹਨੂੰ ਤਨਖਾਹ ਲੱਗੇਗੀ। ਅੱਧਾ ਨਾਮ ਲੈਣ ਵਾਲੇ ਨੂੰ ਤਨਖਾਹ ਕੀ ਹੈ? ਜੋ ਖਾਲਸਾ ਧਰਮ ਦੇ ਵਿਰੁੱਧ ਕੋਈ ਕਰਮ ਕਰੇ, ਧਰਮ ਦੰਡ ਦਾ ਉਹ ਅਧਿਕਾਰੀ ਹੁੰਦਾ ਹੈ, ਉਹਨੂੰ ਸੇਵਾ ਲੱਗਦੀ ਹੈ, ਤਨਖਾਹ ਲੱਗਦੀ ਹੈ। ਤਨਖਾਹ ਪਰਸ਼ੀਅਨ ਦਾ ਲਫ਼ਜ਼ ਹੈ, ਫਾਰਸੀ ਦਾ ਲਫ਼ਜ਼ ਹੈ, ਧਰਮ ਅਨੁਸਾਰ ਲਾਈ ਹੋਈ ਚੱਟੀ। ਤਨਖਾਹੀਆ ਹੈ ਜਿਹੜਾ ਅੱਧਾ ਨਾਮ ਲਵੇ। ਤੇ ਤੁਸੀਂ ਆਪ ਹਿਸਾਬ ਲਾ ਲਵੋ, ਜਿਹੜਾ ਨਾਮ ਹੀ ਅੱਧਾ ਰੱਖੇ ਸਿੰਘ ਕੌਰ ਤੋਂ ਬਿਨਾਂ, ਉਹਦਾ ਕੀ ਅਸਰ ਹੋਵੇਗਾ।
ਇਹ ਮੈਂ ਨਹੀਂ ਕਹਿੰਦਾ, ਬਾਣੀ ਦੇ ਬੋਲ ਨੇ। ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਹੁਕਮ ਹੈ। ਕੀ ਹੁਕਮ ਹੈ ਸਿੱਖਾ? ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਹੋ ਕਢਾਏ, ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ। ਗੁਰੂ ਦੀ ਬਾਣੀ ਭਾਵ ਬੋਲ ਸਤ ਕਰਕੇ ਮੰਨਣੇ ਨੇ। ਤੇ ਬੋਲ ਕੀ ਨੇ? ਮਰਦਾਂ ਤੇ ਸਿੰਘ ਲਾ, ਔਰਤਾਂ ਤੇ ਕੌਰ ਲਾ, ਫਿਰ ਤੇਰਾ ਨਾਮਕਰਨ ਪੂਰਾ ਹੈ, ਨਹੀਂ ਤੇ ਤੂੰ ਅਧੂਰੇ ਦਾ ਅਧੂਰਾ ਹੈ। ਸੋ ਇਸ ਸਿਧਾਂਤ ਤੋਂ ਮੁਨਕਰ ਨਾ ਹੋਈਏ। ਬਾਣੀ ਦਾ ਇੱਕ ਫੁਰਮਾਨ ਹੈ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇੱਥੇ ਪ੍ਰਵਾਨ ਉਹ ਨੇ ਜਿਹੜੇ ਖਸਮ ਦੇ ਗੁਰੂ ਦੇ ਹੁਕਮ ਵਿੱਚ ਨੇ। ਓਬੇਇੰਗ ਦਾ ਆਰਡਰ ਆਫ ਹਿਸ ਵਿਲ, ਜਿਹੜਾ ਉਹਦੇ ਹੁਕਮ ਵਿੱਚ ਚੱਲੇਗਾ, ਹੀ ਵਿਲ ਬੀ ਅਕੈਪਟੇਬਲ, ਉਹ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇਗਾ। ਤੇ ਜਿਹੜਾ ਹੁਕਮ ਤੋਂ ਬਾਹਰ ਚੱਲੇਗਾ, ਖੋਟੇ ਸਿੱਕੇ ਨਹੀਂ ਚੱਲਦੇ ਹੁੰਦੇ। ਆ ਬਾਪੂ ਜਾਇਦਾਦ ਕਿਹਦੇ ਨਾਲ ਲਵਾਉਂਦਾ ਹੈ? ਜਿਹੜਾ ਕਾਕਾ ਹੁਕਮ ਵਿੱਚ ਚੱਲੇ, ਤੇ ਜਿਹੜਾ ਹੁਕਮ ਤੋਂ ਬਾਹਰ ਚੱਲੇ ਉਹਨੂੰ ਘਰੋਂ ਕੱਢ ਦਿੰਦਾ ਹੈ। ਕਿਉਂ? ਦਰਗਾਹ ਚੋਂ ਧੱਕੇ ਖਾਣੇ ਨੇ। ਗੁਰੂ ਦੇ ਹੁਕਮ ਵਿੱਚ ਚੱਲ। ਖੰਡੇ ਦੀ ਪੌਲ ਛਕ। ਨਾਮਕਰਨ ਦੇ ਸਮੇਂ ਸਿੰਘ ਤੇ ਕੌਰ ਲੱਗਾ ਸੀ। ਤੇਰੀ ਸਰਕਾਰੀ ਆਈਡੀ ਹੈ, ਅਖਬਾਰ ਵਿੱਚ ਕੋਈ ਐਡ ਦਿੰਨਾ ਹੈ, ਸੋਸ਼ਲ ਮੀਡੀਆ ਹੈ। ਜੇ ਸਿੰਘ ਕੌਰ ਨਹੀਂ ਲਾਉਂਦਾ ਤੇ ਤੂੰ ਸਿੱਖੀ ਦੇ ਸਿਧਾਂਤ ਤੋਂ ਪਾਸੇ ਹੈ, ਤਨਖਾਹੀਆਂ ਹੈ। ਹੋ ਸਕਦਾ ਹੈ 5 ਪਿਆਰਿਆਂ ਦੇ ਪਾਸ ਤੂੰ ਨਾ ਜਾਵੇਂ, ਤਨਖਾਹ ਨਾ ਲਵਾਵੇਂ, ਪਰ ਦਰਗਾਹੀ ਤਨਖਾਹ ਤੋਂ ਤੂੰ ਨਹੀਂ ਬਚ ਸਕਦਾ। ਸੋ ਸਿਧਾਂਤ ਨਾਲ ਜੁੜੋ, ਸਿੱਖੀ ਨੂੰ ਅਪਣਾਓ, ਤੁਹਾਡਾ ਜੀਵਨ ਸਫਲਾ ਹੋਵੇ। ਸਾਡਾ ਵਜੂਦ ਸਿੰਘ ਅਤੇ ਕੌਰ ਲਫ਼ਜ਼ ਨਾਲ ਹੈ, ਵੱਖਰੀ ਹੋਂਦ ਸਿੰਘ ਅਤੇ ਕੌਰ ਲਫ਼ਜ਼ ਨਾਲ ਹੈ। ਇਹਨੂੰ ਬਰਕਰਾਰ ਰੱਖੋ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਦੀਨ ਦੁਨੀਆ ਦੇ ਮਾਲਕ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਗਲੂਏ ਚੋਂ ਜੋ ਬੋਲ ਆਪ ਦੀ ਸੇਵਾ ਵਿੱਚ ਹਾਜ਼ਰ ਕੀਤੇ ਨੇ, ਪ੍ਰਵਾਨ ਕਰਨੇ, ਗੁਰੂ ਕੀ ਸਿੱਖਿਆ ਗ੍ਰਹਿਣ ਕਰਨੀ, ਇਹ ਜੀਵਨ ਸਫਲਾ ਹੋ ਸਕੇ। ਗਿਆਨੀ ਰਣਜੀਤ ਸਿੰਘ ਜੀ ਹੁਣਾਂ ਦਾ ਵੀ ਧੰਨਵਾਦ ਹੈ। ਇੱਥੇ ਜਿਤਨੇ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ, ਬਾਬਾ ਹਰਨਾਮ ਸਿੰਘ ਜੀ ਪਿੰਡਰਾਂ ਵਾਲੇ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ, ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੋ ਗੁਰੂ ਘਰ ਅੰਦਰ ਸੇਵਾ ਕਰਵਾਉਂਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਜਿਨ੍ਹਾਂ ਇਹ ਵਿਸ਼ੇਸ਼ ਉਪਰਾਲਾ ਕਥਾ ਵਿਚਾਰਾਂ ਦਾ ਕੀਤਾ ਹੈ ਔਰ ਕਰਦੇ ਨੇ, ਤਿੰਨਾਂ ਦਾ ਧੰਨਵਾਦ। ਖੰਡੇ ਦੀ ਪੌਲ ਛਕੋ ਜੀ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।